ਵਕੀਲਾਂ ਦੇ ਵਿੱਚ ਕਾਫੀ ਰੋਸ਼ ਹੈ ਕਿ ਆਖਰ ਵਕੀਲਾਂ ਨੂੰ ਹੀ ਹੁਣ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜਿਹੀਆਂ ਰੇਡਸ ਅਨਨੈਸੈਸਰੀਲੀ ਜੋ ਇਲੀਗਲੀ ਕੀਤੀਆਂ ਜਾਂਦੀਆਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ। ਜਿਹੜੇ ਇਹ ਮੈਮੋਰੈਂਡਮ ਨੇ ਪ੍ਰੋਟੈਕਸ਼ਨ ਆਫ ਲਾਇਰਸ ਬਿੱਲ ਨੂੰ ਲੈ ਕੇ ਅਸੀਂ ਅੱਗੇ ਇਸ ਪ੍ਰੋਟੈਸਟ ਨੂੰ ਵਧਾਵਾਂਗੇ। ਜੇ ਇਸ ਤਰ੍ਹਾਂ ਹੀ ਜਾਰੀ ਰਹਿੰਦਾ ਤਾਂ ਪ੍ਰੋਟੈਸਟ ਸਾਡੀ ਅਸੀਂ ਚੱਲ ਰਹੇ ਹਾਂ ਇਹਨੂੰ ਹੋਰ ਇੰਟੈਂਸੀਫਾਈ ਕਰਾਂਗੇ ਜੇ ਇਸ ਤਰ੍ਹਾਂ ਦੀਆਂ ਇਹ ਦੁਬਾਰਾ ਇਹੋ ਜਿਹੇ ਇਨਸੀਡੈਂਟਸ ਦੁਬਾਰਾ ਰਿਪੀਟ ਹੁੰਦੇ ਨੇ। ਵਕੀਲ ਜਿਹੜੇ ਨੇ ਉਹ ਗੈਂਗਸਟਰ ਹੋ ਜਾਣ, ਹੋਰ ਵੀ ਜਿਹੜੇ ਕਾਫੀ ਆਤੰਕਵਾਦੀ ਉਹਨਾਂ ਦੇ ਵੀ ਵਕੀਲ ਹੁੰਦੇ ਨੇ। ਹੁਣ ਇਸ ਤਰ੍ਹਾਂ ਰੇਡ ਹੋਣੀ ਇੱਕ ਡਰ ਦਾ ਮਾਹੌਲ ਵੀ ਪੈਂਦਾ ਵਕੀਲਾਂ ਦੇ ਵਿੱਚ। ਜਿਹੜੇ ਵੀ ਚਾਹੇ ਜੋ ਗੈਂਗਸਟਰਸ ਨੇ ਜੋ ਵੀ ਹੈਗਾ ਜਿਨ੍ਹਾਂ ਨੂੰ ਰਿਪਰੈਜ਼ੈਂਟ ਜਿੰਨੇ ਵੀ ਵਕੀਲ ਕਰ ਰਹੇ ਨੇ, ਲੀਗਲ ਫਰਟਰਨਿਟੀ ਹੈ ਜਿਹੜੀ ਜੋ ਲਾਇਰਸ ਹੈ ਜਿਹੜੀ ਸਾਡੀ ਯੂਨਿਟੀ ਹੈ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਖੜ੍ਹੇ ਹਾਂ ਅਤੇ ਇਹ ਇੰਟਰਫੀਅਰੈਂਸ ਟੋਟਲ ਇਲੀਗਲ। ਪੰਜਾਬ ਹਰਿਆਣਾ ਹਾਈ ਕੋਰਟ ਦੀ ਮਹਿਲਾ ਵਕੀਲ ਸ਼ੈਲੀ ਸ਼ਰਮਾ ਵੱਲੋਂ ਗੈਂਗਸਟਰਾਂ ਦੇ ਕੇਸ ਡੀਲ ਕਰਨ ਤੋਂ ਬਾਅਦ ਉਹਨਾਂ ਦੇ ਘਰ NIA ਰੇਡ ਕਰਦੀ ਹੈ। ਵਕੀਲਾਂ ਦੇ ਵਿੱਚ ਕਾਫੀ ਰੋਸ਼ ਹੈ ਕਿ ਆਖਰ ਵਕੀਲਾਂ ਨੂੰ ਹੀ ਹੁਣ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਉਂਦੇ ਨੇ। ਤੇ ਹੁਣ ਨਵੀਂ ਰੂਪਰੇਖਾ ਜਿਹੜੀ ਹੈ ਉਹ ਵਕੀਲਾਂ ਵੱਲੋਂ ਤਿਆਰ ਕੀਤੀ ਜਾਏਗੀ। ਇਸ ਵਕਤ ਸਾਡੇ ਨਾਲ ਸੰਤੋਖ ਵਿੰਦਰ ਸਿੰਘ ਨੇ ਗਰੇਵਾਲ, ਤੇ ਉਹ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਨੇ। ਸਰ ਬਹੁਤ ਬਹੁਤ ਸਵਾਗਤ ਹੈ ਸਮਰ ਨਿਊਜ਼ ਤੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਰ ਹੁਣ ਕਿੱਥੇ ਤੱਕ ਗੱਲ ਪਹੁੰਚੀ ਹੈ? ਅਸੀਂ ਇਸ NIA ਦੀ ਰੇਡ ਨੂੰ ਲੈ ਕੇ ਇਹ ਇਕੱਲਾ ਜਿਹੜਾ ਇਸ਼ੂ ਹੈ ਇਹ ਇਕੱਲਾ ਮਿਸ ਸ਼ੈਲੀ ਸ਼ਰਮਾ ਦਾ ਇਸ਼ੂ ਨਹੀਂ ਹੈ, ਇਹ ਪੂਰੀ ਲੀਗਲ ਫਰਟਰਨਿਟੀ ਦਾ ਇਸ਼ੂ ਹੈ ਜਿਹਦੇ ਵਿੱਚ 18 ਤਰੀਕ ਨੂੰ 4 ਵਕੀਲਾਂ ਦੇ ਆਫਿਸਿਸ ਦੇ ਵਿੱਚ ਅਤੇ ਘਰ ਦੇ ਵਿੱਚ NIA ਨੇ ਸਰਚ ਕੀਤੀ ਸੀਗੀ ਅਤੇ ਉਸ ਨੂੰ ਲੈ ਕੇ ਅਸੀਂ ਪ੍ਰੋਟੈਸਟ ਕੀਤਾ ਸੀ ਕਿ ਵਿਦਆਊਟ ਇੰਟੀਮੇਸ਼ਨ ਵਿਦਆਊਟ ਨੋਟਿਸ ਜੇ ਉਹਨਾਂ ਦੇ ਖਿਲਾਫ ਕੋਈ ਸਬੂਤ ਸੀ ਤਾਂ ਉਹਨਾਂ ਨੂੰ ਪਹਿਲਾਂ ਬੁਲਾ ਕੇ ਪੁੱਛਿਆ ਜਾਂਦਾ, ਕੋਈ ਕਲੈਰੀਫਿਕੇਸ਼ਨ ਲਈ ਜਾਂਦੀ, ਕੋਈ ਜਸਟੀਫਿਕੇਸ਼ਨ ਲਈ ਜਾਂਦੀ। ਉਸ ਦੇ ਬਾਵਜੂਦ ਉਹਨਾਂ ਨੇ ਆ ਕੇ ਡਾਇਰੈਕਟ ਸਰਚ ਕੀਤੀ ਅਤੇ ਉਹਦੇ ਅਗੇਂਸਟ ਅਸੀਂ ਇਹ ਜਿਹੜਾ ਅਸੀਂ ਪ੍ਰੋਟੈਸਟ ਕੀਤਾ ਸੀ। ਇੱਕ ਐਡਵੋਕੇਟ ਉਹਦੇ ਵਿੱਚੋਂ ਬਠਿੰਡਾ ਦੇ ਅਤੇ ਇੱਕ ਗੁਰੂਗ੍ਰਾਮ ਦੇ ਅਤੇ ਇੱਕ ਚੰਡੀਗੜ੍ਹ ਦੇ 3 ਐਡਵੋਕੇਟਸ ਨੇ ਜੋ ਪੰਜਾਬ ਐਂਡ ਹਰਿਆਣਾ ਦੋਨਾਂ ਸਟੇਟਸ ਨੂੰ ਬਿਲੋਂਗ ਕਰਦੇ ਨੇ। ਅਤੇ ਉਹ ਪ੍ਰੋਟੈਸਟ ਜਿਹੜਾ ਸਾਡਾ ਚੱਲਿਆ ਸੀਗਾ ਉਸ ਟਾਈਮ 18 ਤਰੀਕ ਤੋਂ ਹੀ ਅਸੀਂ ਪ੍ਰੋਟੈਸਟ ਸਟਾਰਟ ਕਰਤਾ ਸੀ ਅਤੇ 20 ਤਰੀਕ ਨੂੰ ਸਾਡੀ NIA ਦੇ ਆਫੀਸ਼ੀਅਲਸ ਨਾਲ ਨਿਊ ਦਿੱਲੀ ਦੇ ਵਿੱਚ ਮੀਟਿੰਗ ਹੋਈ ਸੀ। ਉੱਥੇ ਅਸੀਂ ਜੋ ਇਹ ਡਰ ਦਾ ਮਾਹੌਲ ਕ੍ਰੀਏਟ ਹੋਇਆ ਸੀ ਇਹਨਾਂ ਰੇਡਸ ਤੋਂ ਬਾਅਦ ਉਹਦੇ ਬਾਰੇ NIA ਦੇ ਆਫੀਸ਼ੀਅਲਸ ਨੂੰ ਅਪਰਾਈਜ਼ ਕਰਵਾਇਆ ਸੀ ਐਂਡ ਦੇ ਅਸ਼ੋਰਡ ਨਾਲ ਇੱਕ ਸਾਰਿਆਂ ਨੂੰ ਵੱਡੀ ਗੱਲ ਜਿਹੜੀ ਇਹ ਸੀਗੀ ਜੋ ਪ੍ਰਾਈਵੇਸੀ ਹੈ ਸਾਡੀ ਜੋ ਪ੍ਰਿਵਿਲੇਜ ਹੈ ਬਿਟਵੀਨ ਦੀ ਕਲਾਇੰਟ ਐਂਡ ਦੀ ਐਡਵੋਕੇਟ ਦੈਟ ਹੈਜ਼ ਬੀਨ ਬ੍ਰੀਚਡ ਬਾਈ ਦਿਸ ਸਰਚ। ਸਰ ਤੁਸੀਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਹੋ ਅਤੇ ਤੁਹਾਡੀ NIA ਨਾਲ ਵੀ ਗੱਲ ਹੋਈ ਹੈ ਕਿ ਆਖਰ ਕਿੰਨਾ ਕਾਰਨਾਂ ਕਰਕੇ ਉੱਥੇ ਰੇਡ ਕੀਤੀ ਗਈ? ਕਾਰਨ ਤਾਂ ਉਹਨਾਂ ਨੇ ਸਾਨੂੰ ਕੁਝ ਦੱਸਿਆ ਨਹੀਂ, ਪਰ ਉਹ ਕਹਿੰਦੇ ਵੀ ਅਸੀਂ ਜਿਹੜੀ ਇਸ ਇੱਕ FIR ਨੰਬਰ 38 ਹੈ ਜੋ ਦਿੱਲੀ ਦੇ ਵਿੱਚ ਰਜਿਸਟਰ ਹੋਈ ਸੀ NIA ਜਿਹਦੀ ਇਨਵੈਸਟੀਗੇਸ਼ਨ ਕਰ ਰਿਹਾ ਸੀ, ਉਸ ਇਨਵੈਸਟੀਗੇਸ਼ਨ ਦੇ ਦੌਰਾਨ ਉਹਨਾਂ ਨੇ ਇਹ ਰੇਡਸ ਕੀਤੀਆਂ ਸੀਗੀਆਂ। ਟੋਟਲ ਤਕਰੀਬਨ 52 ਕਿ 54 ਲੋਕੇਸ਼ਨਸ ਦੇ ਉੱਪਰ ਇਹਨਾਂ ਨੇ ਉਸ ਇੱਕ ਦਿਨ ਦੇ ਵਿੱਚ ਰੇਡ ਕੀਤੀ ਸੀ ਜਿਹਦੇ ਵਿੱਚੋਂ 4 ਲੋਕੇਸ਼ਨਸ ਐਡਵੋਕੇਟਸ ਦੇ ਆਫਿਸਿਸ ਦੀਆਂ। ਸਰ ਆਪਾਂ ਦੇਖਦੇ ਹਾਂ ਕਿ ਲੰਬੇ ਸਮੇਂ ਤੋਂ ਹੀ ਤੇ ਵਕੀਲ ਜਿਹੜੇ ਨੇ ਉਹ ਗੈਂਗਸਟਰ ਹੋ ਜਾਣ, ਹੋਰ ਵੀ ਜਿਹੜੇ ਕਾਫੀ ਆਤੰਕਵਾਦੀ ਉਹਨਾਂ ਦੇ ਵੀ ਵਕੀਲ ਹੁੰਦੇ ਨੇ। ਹੁਣ ਇਸ ਤਰ੍ਹਾਂ ਰੇਡ ਹੋਣੀ ਇੱਕ ਡਰ ਦਾ ਮਾਹੌਲ ਵੀ ਪੈਂਦਾ ਵਕੀਲਾਂ ਦੇ ਵਿੱਚ ਕਿ ਹੁਣ ਅਸੀਂ ਕੇਸ ਫੜਾਂਗੇ, ਜਿਹੜਾ ਸਾਡਾ ਰਾਈਟ ਹੈ ਅਤੇ ਸਾਡੇ ਤਾਂ ਘਰਾਂ ਦੇ ਵਿੱਚ NIA ਰੇਡ ਕਰਨੀ ਸ਼ੁਰੂ ਕਰ ਦੂ। ਨਹੀਂ, ਬਿਲਕੁਲ ਠੀਕ ਹੈ। ਐਵਰੀ ਅਕਿਊਜ਼ ਜੋ ਵੀ ਇਸ ਇੱਥੇ ਚਾਹੇ ਉਹ ਕਿਸੇ ਵੀ ਕ੍ਰਾਈਮ ਦੇ ਰਿਲੇਟਿਡ ਉਹਦੇ ਅਗੇਂਸਟ FIR ਹੁੰਦੀ ਹੈ, ਹੀ ਹੈਜ਼ ਅ ਰਾਈਟ ਟੂ ਬੀ ਰਿਪਰੈਜ਼ੈਂਟਡ ਇਨ ਦੀ ਕੋਰਟ ਆਫ ਲਾਅ। ਅਤੇ ਐਡਵੋਕੇਟਸ ਹੀ ਇੱਕ ਇਹੋ ਜਿਹੇ ਕਾਊਂਸਲਸ ਉਹਨਾਂ ਦੇ ਬਣ ਕੇ ਉਹਨਾਂ ਨੂੰ ਰਿਪਰੈਜ਼ੈਂਟ ਕਰ ਸਕਦੇ ਨੇ, ਕਿਉਂਕਿ ਜਿੰਨਾ ਚਿਰ ਤੱਕ ਕੋਰਟ ਕਿਸੇ ਵੀ ਬੰਦੇ ਨੂੰ ਐਕਿਊਜ਼ਡ ਗਿਲਟੀ ਪ੍ਰੂਵ ਨਹੀਂ ਕਰਦੀ ਉਹਨਾਂ ਚਿਰ ਤੱਕ ਉਹਨੂੰ ਗਿਲਟੀ ਮੰਨਿਆ ਨਹੀਂ ਜਾਂਦਾ। ਇਸ ਕਰਕੇ ਜਿੰਨਾ ਚਿਰ ਤੱਕ ਕੋਰਟ ਉਹਦੇ 'ਤੇ ਮੋਹਰ ਨਹੀਂ ਲਾਉਂਦੀ ਵੀ ਇਹ ਵਾਕਈ ਹੀ ਇਹਨੇ ਇਹ ਗੁਨਾਹ ਕੀਤਾ ਹੈ, ਉਹਨਾਂ ਚਿਰ ਤੱਕ ਉਹ ਬੇਕਸੂਰ ਹੈ। ਅਤੇ ਬੇਕਸੂਰ ਨੂੰ ਇੱਕ ਰਿਪਰੈਜ਼ੈਂਟੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਪ੍ਰੋਪਰ ਉਹਦਾ ਪੱਖ ਕੋਰਟ ਦੇ ਵਿੱਚ ਰੱਖਿਆ ਜਾ ਸਕੇ। ਜੇ ਇਸ ਤਰ੍ਹਾਂ ਦੀਆਂ ਰੇਡਸ ਕੰਡਕਟ ਹੋਣ ਲੱਗ ਗਈਆਂ ਤਾਂ ਇੱਕ ਡਰ ਦਾ ਮਾਹੌਲ। ਸਰ ਜਿਹੜੇ 3-4 ਜਣੇ ਦੇ ਘਰੇ ਰੇਡ ਹੋਈ ਹੈ ਜਾਂ ਪੁੱਛਗਿੱਛ ਹੁੰਦੀ ਪਈ ਆ, ਉਹਨਾਂ ਦਾ ਸਟੇਟਸ ਕੀ ਆ ਹੁਣ? ਉਸ ਸਰਚ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਮੋਬਾਈਲ ਫੋਨਸ ਵਗੈਰਾ ਸੀਜ਼ ਕੀਤੇ ਸੀਗੇ ਅਤੇ ਉਹ ਮੋਬਾਈਲ ਫੋਨਸ ਹਜੇ ਵੀ NIA ਦੇ ਕੋਲ ਨੇ। ਦੈਟ ਹੈਜ਼ ਬਿਕਮ ਦੀ ਕੇਸ ਪ੍ਰੋਪਰਟੀ ਨਾਓ।
ਕੋਰਟ ਦੇ ਵਿੱਚ ਉਹਨਾਂ ਨੇ ਐਫੀਡੈਵਿਟ ਇਹ ਫਾਈਲ ਕੀਤਾ ਕਿ ਸਿੰਸ ਆਲ ਥੀਸ ਗੈਜਟਸ ਹੈਵ ਬਿਕਮ ਦੀ ਕੇਸ ਪ੍ਰੋਪਰਟੀ, ਸੋ ਵਿਦ ਡਿਊ ਕੋਰਸ ਆਫ ਲਾਅ ਯੂ ਕੈਨ get those back. But still they are saying that as of now all of the three are not the accused in the case, but investigation is still going on. ਤੇ ਸਰ ਤੁਹਾਨੂੰ ਲੱਗ ਰਿਹਾ ਕਿ ਸੁਣਵਾਈ ਹੋ ਰਹੀ ਹੈ ਕਿਉਂਕਿ ਹੜਤਾਲ ਨੂੰ ਅੱਜ ਕਾਫੀ ਦਿਨ ਹੋ ਗਏ ਨੇ? ਸੁਣਵਾਈ ਤਾਂ ਕੋਰਟ ਦੇ ਵਿੱਚ ਵੀ ਇੱਕ PIL ਦਾਖਲ ਹੋਈ ਸੀਗੀ ਜਿਹਦੇ ਵਿੱਚ NIA ਨੇ ਆ ਕੇ ਇਹ ਜੋ ਮੈਂ ਪਹਿਲਾਂ ਤੁਹਾਨੂੰ ਦੱਸਿਆ ਇਹ ਸਟੈਂਡ ਲਿਆ ਸੀਗਾ ਕਿ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ, ਪਰ ਹਜੇ ਤੱਕ ਉਹ ਅਸੀਂ ਅਕਿਊਜ਼ ਨੋਮੀਨੇਟ ਨਹੀਂ ਕੀਤੇ। ਜੁਡੀਸ਼ਰੀ ਦਾ ਕਿਸ ਤਰ੍ਹਾਂ ਦਾ ਸਟੈਂਡ ਹੈ ਇਸ ਵਕਤ ਇਸ ਪੂਰੇ ਮੁੱਦੇ ਦੇ ਉੱਪਰ? ਜੁਡੀਸ਼ੀਅਲ ਸਾਈਡ ਦੇ ਉੱਤੇ ਅਸੀਂ ਇੱਕ PI ਆਪਣਾ ਰਿਟ ਫਾਈਲ ਕਰਨ ਜਾ ਰਹੇ ਹਾਂ ਕਿਉਂਕਿ ਇਹ ਜਿਹੜੀਆਂ ਪ੍ਰੋਟੈਕਸ਼ਨਸ ਨੇ ਸਾਨੂੰ ਥੀਸ ਆਰ ਗਿਵਨ ਬਾਈ ਦੀ ਸਟੈਟੂਟਰੀ ਪ੍ਰੋਵੀਜ਼ਨਸ ਆਫ ਲਾਅ, ਤੇ ਸੈਕਸ਼ਨ 126 ਐਵੀਡੈਂਸ ਐਕਟ ਸਾਨੂੰ ਪ੍ਰੋਟੈਕਟ ਕਰਦਾ ਇਸ ਦੇ ਲਈ ਕਿ ਜੋ ਸਾਡਾ ਕਲਾਇੰਟ ਤੇ ਐਡਵੋਕੇਟ ਦੀ ਕਨਵਰਸੇਸ਼ਨ ਹੈ ਉਹ ਅਸੀਂ ਕਿਸੇ ਨੂੰ ਨਹੀਂ ਦੱਸ ਸਕਦੇ ਤੇ ਨਾ ਹੀ ਸਾਨੂੰ ਦੱਸਣੀ ਚਾਹੀਦੀ ਹੈ। ਦੈਟ ਇਜ਼ ਦੀ ਪ੍ਰਿਵਿਲੇਜ ਵੀ ਆਰ ਇੰਜੋਇੰਗ। ਤੇ ਉਹ ਇਹ ਜਿਹੜਾ ਅਟੈਂਪਟ ਸੀਗਾ ਦੈਟ ਇਜ਼ ਐਨ ਅਟੈਂਪਟ ਟੂ ਦੀ ਬ੍ਰੀਚ ਆਫ ਦੈਟ ਪ੍ਰਿਵਿਲੇਜ। ਸੋ ਵੀ ਆਰ ਗੋਇੰਗ ਟੂ ਫਾਈਲ ਦੀ ਪਟੀਸ਼ਨ ਇਨ ਦੀ ਹਾਈ ਕੋਰਟ ਫॉर ਦੀ ਇਸ਼ੂਐਂਸ ਆਫ ਗਾਈਡਲਾਈਨਸ ਤਾਂ ਕਿ ਇਹੋ ਜਿਹਾ ਕੁਝ ਅੱਗੇ ਤੋਂ ਨਾ ਹੋ ਸਕੇ। ਸਰ ਹੁਣ ਕੱਲ੍ਹ ਤੋਂ ਸਟ੍ਰਾਈਕ ਖਤਮ ਕਰ ਰਹੇ ਹੋ, ਕਾਰਨ ਕੀ ਸਟ੍ਰਾਈਕ ਖਤਮ ਕਰਨ ਦਾ ਕਿ ਲੋਕਾਂ ਨੂੰ ਰਾਹਤ ਮਿਲ ਸਕੇ, ਕੀ ਕਾਰਨ? ਜਿਹੜਾ ਇਹ ਪ੍ਰੋਟੈਸਟ ਸਾਡਾ ਚੱਲ ਰਿਹਾ ਸੀਗਾ ਉਹ ਉਹਨਾਂ ਦੇ NIA ਦੇ ਐਫੀਡੈਵਿਟ ਦੇ ਆਉਣ ਤੋਂ ਬਾਅਦ, ਕਿਉਂਕਿ ਬੇਸਿਕਲੀ ਵੀ ਵਰ ਕੰਸਰਨਡ, ਸਾਨੂੰ ਇਹ ਦੱਸਿਆ ਜਾ ਰਿਹਾ ਸੀਗਾ ਵੀ ਇਹ ਜੋ ਗੈਜਟਸ ਮੋਬਾਈਲ ਫੋਨਸ ਇਹਨਾਂ ਨੇ ਸਰਚ ਦੇ ਦੌਰਾਨ ਕੌਨਫਿਸਕੇਟ ਕੀਤੇ ਸੀਗੇ ਜਾਂ ਸੀਜ਼ ਕੀਤੇ ਸੀਗੇ ਉਹ ਮੋਬਾਈਲ ਫੋਨਸ ਸਾਨੂੰ ਵਾਪਸ ਦਿਵਾਏ ਜਾਣ। ਅਤੇ ਉਹਨਾਂ ਦਾ ਫਿਰ ਉਹਨਾਂ ਨੇ ਜੋ ਐਫੀਡੈਵਿਟ ਫਾਈਲ ਕੀਤਾ ਕਿ ਉਹ ਕੇਸ ਪ੍ਰੋਪਰਟੀ ਨੇ ਅਤੇ ਐਜ਼ ਵਿਦ ਦੀ ਡਿਊ ਕੋਰਸ ਆਫ ਲਾਅ ਯੂ ਕੈਨ ਗੈਟ ਦੋਜ਼ ਬੈਕ। ਅਤੇ ਉਸ ਤੋਂ ਬਾਅਦ ਅਸੀਂ ਪ੍ਰੋਟੈਸਟ ਸਟ੍ਰਾਈਕ ਵੀ ਹੈਵ ਨਾਟ ਵਿਡਰੋਨ ਦੈਟ, ਅਸੀਂ ਉਹਨੂੰ ਡੈਫਰ ਕੀਤਾ ਅਤੇ ਜਿਹੜਾ ਮੋਡ ਆਫ ਪ੍ਰੋਟੈਸਟ ਹੈ ਕਿਉਂਕਿ ਇਹ ਲੜਾਈ ਲੰਬੀ ਹੈ ਅਤੇ ਇਹਦੇ ਵਿੱਚ ਅਸੀਂ ਲਾਰਜਰ ਪਰਸਪੈਕਟਿਵ ਨੂੰ ਲੈ ਕੇ ਅਸੀਂ ਇਹ ਲੜਾਈ ਅੱਗੇ ਸ਼ੁਰੂ ਕੀਤੀ ਹੈ ਅਤੇ ਉਹਦੇ ਵਿੱਚ ਇਹ ਗਾਈਡਲਾਈਨਸ ਬਣਾਉਣ ਵਾਸਤੇ ਅਤੇ ਹੋਰ ਸਾਰੀਆਂ ਜਿਹੜੀਆਂ ਪ੍ਰਿਵਿਲੇਜਸ ਸਾਨੂੰ ਦਿੱਤੀਆਂ ਨੇ ਇਹਨਾਂ ਦੇ ਸੇਫਗਾਰਡ ਵਾਸਤੇ ਅੱਗੇ ਕੋਰਟਸ ਦੇ ਵਿੱਚੋਂ ਅਸੀਂ ਰਿਲੀਫ ਲੈਣਾ ਜਾਂ ਪਟੀਸ਼ਨ ਫਾਈਲ ਕਰਨਾ ਚਾਹੁੰਦੇ ਹਾਂ। ਅਤੇ ਮੋਡ ਆਫ ਅਗਲੀ ਰੂਪਰੇਖਾ ਕੀ ਰਹੇਗੀ? ਮੋਡ ਆਫ ਪ੍ਰੋਟੈਸਟ ਹੈ ਜਿਹੜਾ ਅਸੀਂ ਉਹ ਚੇਂਜ ਕੀਤਾ। ਅਸੀਂ ਇਹਦੇ ਵਿੱਚ ਜਿੰਨੀਆਂ ਪੰਜਾਬ ਅਤੇ ਹਰਿਆਣਾ ਦੀਆਂ ਲੋਕਲ ਬਾਰਸ ਨੇ ਡਿਸਟ੍ਰਿਕਟ ਲੈਵਲ ਦੇ ਉੱਤੇ, ਤਹਿਸੀਲ ਲੈਵਲ ਦੇ ਉੱਤੇ, ਉਹਨਾਂ ਨਾਲ ਅਸੀਂ ਇੱਕ ਮੀਟਿੰਗ ਕੰਡਕਟ ਕੀਤੀ ਸੀਗੀ ਸੰਡੇ ਨੂੰ, ਵਰਚੁਅਲ ਮੀਟਿੰਗ ਸੀਗੀ ਉਹਦੇ ਵਿੱਚ ਅਸੀਂ ਇੱਕ ਰੂਪਰੇਖਾ ਬਣਾਈ ਹੈ ਕਿ ਜਿਹੜੇ ਇਹ ਮੈਮੋਰੈਂਡਮ ਨੇ ਪ੍ਰੋਟੈਕਸ਼ਨ ਆਫ ਲਾਇਰਸ ਬਿੱਲ ਨੂੰ ਲੈ ਕੇ ਅਸੀਂ ਅੱਗੇ ਇਸ ਪ੍ਰੋਟੈਸਟ ਨੂੰ ਵਧਾਵਾਂਗੇ ਅਤੇ ਗਵਰਨਮੈਂਟਸ ਨੂੰ ਪੰਜਾਬ, ਹਰਿਆਣਾ ਅਤੇ UT ਨੂੰ ਅਸੀਂ ਇਹ ਇੱਕ ਮੈਮੋਰੈਂਡਮ ਦੇਵਾਂਗੇ ਕਿ ਇਹ ਲਾਇਰਸ ਦੇ ਪ੍ਰੋਟੈਕਸ਼ਨ ਦੇ ਲਈ, ਕਿਉਂਕਿ ਬਹੁਤ ਸਾਰੇ ਇੰਸੀਡੈਂਟਸ ਇਹੋ ਜਿਹੇ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਲਾਇਰਸ ਨੂੰ ਹੀ ਇਲੀਗਲੀ ਇਨਵੋਲਵ ਕੀਤਾ ਜਾ ਰਿਹਾ। ਹਾਈ ਕੋਰਟ ਦੇ ਰਿਲੇਟਡ ਹੀ 4-5 ਪਿਛਲੇ 1 ਸਾਲ ਦੇ ਟਰਮ ਦੇ ਵਿੱਚ ਅਸੀਂ 4-5 ਇਹੋ ਜਿਹੇ ਇੰਸੀਡੈਂਟਸ ਦੇਖੇ ਆ ਅਤੇ ਉਹਨਾਂ ਦੇ ਪ੍ਰੋਟੈਕਸ਼ਨ, ਲੀਗਲ ਫਰਟਰਨਿਟੀ ਦੇ ਪ੍ਰੋਟੈਕਸ਼ਨ ਵਾਸਤੇ ਇੱਕ ਇਹੋ ਜਿਹੀ ਕੋਈ ਗਾਈਡਲਾਈਨਸ ਬਣਨੀਆਂ ਜ਼ਰੂਰੀ ਨੇ। ਇਹ ਤਾਂ ਸਰ ਤੁਹਾਨੂੰ ਲੱਗ ਨਹੀਂ ਰਿਹਾ ਕਿ ਜਿਵੇਂ ਕਿ ਪੰਜਾਬ ਦਾ ਮਾਹੌਲ ਤਾਂ ਸੀ, ਅਗਰ ਖਾਸ ਤੌਰ 'ਤੇ ਗੱਲ ਕਰੀਏ ਕਾਫੀ ਜ਼ਿਆਦਾ ਮਾਹੌਲ ਇਸ ਵਿਗੜਿਆ ਹੋਇਆ ਕਿ ਗੈਂਗਸਟਰ ਦੀ, ਚਾਹੇ ਹਰਿਆਣਾ ਹੋ ਜਾਏ, ਦਿੱਲੀ ਹੋ ਜਾਏ, ਚਾਹੇ ਲਾਰੈਂਸ ਬਿਸ਼ਨੋਈ ਹੋ ਜਾਣ, ਹੋਰ ਇੱਦਾਂ ਦੇ ਗੈਂਗਸਟਰ ਜਿਹੜੇ ਹੈਗੇ ਨੇ, ਅਤੇ ਉਹਨਾਂ ਕਰਕੇ ਕਿ ਜਿਹੜੇ ਵਕੀਲ ਇਹਨਾਂ ਦੇ ਕੇਸ ਨੂੰ ਡੀਲ ਕਰਦੇ ਪਏ ਹੋਰ ਵੀ ਕਰ ਰਹੇ ਹੋਣਗੇ, ਅਤੇ ਤੁਹਾਨੂੰ ਲੱਗਦਾ ਕਿ ਹੁਣ ਉਹਨਾਂ ਦੇ ਉੱਪਰ ਵੀ ਸ਼ਿਕੰਜਾ ਜਿਹੜਾ ਕੱਸਿਆ ਜਾਊਗਾ? ਫਿਰ ਤੁਹਾਡੀ ਮੀਟਿੰਗ ਹੁੰਦੀ ਹੋਏਗੀ, ਉਹਦੇ ਵਿੱਚ ਕੀ ਫੈਸਲਾ ਲਿੱਤਾ ਗਿਆ ਜੇ ਇੱਦਾਂ ਹੀ ਜਾਰੀ ਰਹਿੰਦਾ ਕੰਮ? ਨਹੀਂ, ਜੇ ਇਸ ਤਰ੍ਹਾਂ ਹੀ ਜਾਰੀ ਰਹਿੰਦਾ ਤਾਂ ਪ੍ਰੋਟੈਸਟ ਤਾਂ ਸਾਡੀ ਅਸੀਂ ਚੱਲ ਰਹੇ ਹਾਂ, ਇਹਨੂੰ ਹੋਰ ਇੰਟੈਂਸੀਫਾਈ ਕਰਾਂਗੇ। ਜੇ ਇਸ ਤਰ੍ਹਾਂ ਦੀਆਂ ਇਹ ਦੁਬਾਰਾ ਇਹੋ ਜਿਹੇ ਇੰਸੀਡੈਂਟਸ ਦੁਬਾਰਾ ਰਿਪੀਟ ਹੁੰਦੇ ਨੇ ਦੈਨ ਵਿਲ ਇੰਟੈਂਸੀਫਾਈ ਦਾ ਪ੍ਰੋਟੈਸਟ। ਪਰ ਆਈ ਕੈਨ ਅਸ਼ੋਰ ਦੀ ਲੀਗਲ ਫਰਟਰਨਿਟੀ ਕਿ ਡਰਨ ਦੀ ਲੋੜ ਨਹੀਂ, ਜੋ ਸਾਡਾ ਫਰਜ਼ ਹੈ, ਜੋ ਸਾਡਾ ਕੰਮ ਹੈ ਉਹ ਅਸੀਂ ਕਰਾਂਗੇ। ਜਿਹੜੇ ਵੀ ਚਾਹੇ ਜੋ ਗੈਂਗਸਟਰਸ ਨੇ, ਜੋ ਵੀ ਹੈਗਾ, ਜਿਨ੍ਹਾਂ ਨੂੰ ਰਿਪਰੈਜ਼ੈਂਟ ਜਿੰਨੇ ਵੀ ਵਕੀਲ ਕਰ ਰਹੇ ਨੇ, ਲੀਗਲ ਫਰਟਰਨਿਟੀ ਹੈ ਜਿਹੜੀ, ਜੋ ਲਾਇਰਸ ਹੈ, ਜਿਹੜੀ ਸਾਡੀ ਯੂਨਿਟੀ ਹੈ, ਅਸੀਂ ਉਹਨਾਂ ਦੇ ਨਾਲ ਹਮੇਸ਼ਾ ਖੜ੍ਹੇ ਹਾਂ। ਜਦੋਂ ਤੱਕ ਕਿ ਵੀ ਉਹ ਕੁਝ ਇਲੀਗਲ ਐਕਟ ਉਹਨਾਂ ਦਾ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਵੀ ਆਰ ਦੇਅਰ ਟੂ ਪ੍ਰੋਟੈਕਟ ਦੈਮ। ਸਰ ਇੱਦਾਂ ਦੀ ਕੋਈ ਪ੍ਰਕਿਰਿਆ ਹੈਗੀ ਕਿ ਐਨੇ ਏਜੰਸੀਜ਼ ਨੇ ਕਿ ਮਾਹੌਲ ਨਾ ਦੇਸ਼ ਦਾ ਖਰਾਬ ਹੋਵੇ, ਪੰਜਾਬ ਦਾ ਨਾ ਖਰਾਬ ਹੋਵੇ, ਹੋਰ ਸਟੇਟਸ ਦਾ, ਅਤੇ ਉਹਦੇ ਕਰਕੇ ਇਨਪੁਟਸ ਜਿਹੜਾ ਵਕੀਲ ਡੀਲ ਕਰਦਾ ਉਹ ਤੋਂ ਇਨਪੁਟਸ ਲੈ ਸਕਣ, ਇਸ ਤਰ੍ਹਾਂ ਦੀ ਤਾਂ ਕੋਈ ਪ੍ਰਕਿਰਿਆ? ਨਹੀਂ, ਇਸ ਤਰ੍ਹਾਂ ਦੀ ਕੋਈ ਇਨਪੁਟਸ
ਜੋ ਸਾਡੀ ਕਨਵਰਸੇਸ਼ਨ ਹੈ ਉਹਦੇ ਵਿੱਚੋਂ ਕੋਈ ਵੀ ਇਨਪੁਟ ਨਾ ਹੀ ਸਾਨੂੰ ਕੋਰਟ ਕਹਿ ਸਕਦੀ ਹੈ ਤੇ ਨਾ ਹੀ ਕੋਈ ਸਾਨੂੰ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਹੈ ਕਹਿ ਸਕਦੀ ਹੈ। ਜੋ ਸਾਡੀ ਕਨਵਰਸੇਸ਼ਨ ਹੈ ਦੈਟ ਇਜ਼ ਟੋਟਲੀ ਸੀਕ੍ਰੀਟ ਕਨਵਰਸੇਸ਼ਨ। ਮਤਲਬ ਇਹ ਬਿਲਕੁਲ ਤੁਹਾਨੂੰ ਲੱਗਦਾ ਕਿ ਇੰਟਰਫੇਰੈਂਸ ਹੋਊਗੀ ਕਿ ਇਸ ਤਰ੍ਹਾਂ ਦੀ that is ਟੋਟਲ ਇੰਟਰਫੀਅਰੈਂਸ ਇਨ ਦੀ ਜੁਡੀਸ਼ੀਅਲ ਪ੍ਰੋਸੈਸ ਤੇ ਇਹ ਇੰਟਰਫੀਅਰੈਂਸ ਟੋਟਲ ਇਲੀਗਲ ਹੋਊ। ਵੱਡੀ ਹਰਾਸਮੈਂਟ ਵੀ ਹੈ ਵਕੀਲਾਂ ਲਈ ਬਹੁਤ। ਬਿਲਕੁਲ ਹੈ। ਧੰਨਵਾਦ ਸਰ। ਤੇ ਬਿਲਕੁਲ ਬਾਰ ਐਸੋਸੀਏਸ਼ਨ ਪ੍ਰਧਾਨ ਨੇ ਤੇ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਅਸੀਂ ਜੰਗ ਲੜਾਂਗੇ ਕਿ ਜਿਹੜੇ ਸਾਡੇ ਅਧਿਕਾਰ ਨੇ, ਹੱਕ ਨੇ, ਜੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਕੋਈ ਡਾਕਾ ਮਾਰੂਗਾ ਤਾਂ। ਕੈਮਰਾ ਗੁਰਵਿੰਦਰ ਦੇ ਨਾਲ ਤਪਨ ਮਲਹੋਤਰਾ, ਤਾਂ ਸਮਰ ਨਿਊਜ਼।